ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਹਾਂਜੀ ਸੰਗਤ ਜੀ, ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 69 ਤੋਂ ਲੈ ਕੇ 71 ਤੱਕ ਬਾਣੀ ਦੀ ਸਾਂਝ ਪਾਉਂਦੇ ਹਾਂ ਜੀ। ਇਹ ਜਿਹੜੀ ਪਹਿਲੀ ਅਸ਼ਟਪਦੀ ਆਪਾਂ ਕਰ ਰਹੇ ਹਾਂ, ਇਹ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਸ੍ਰੀ ਰਾਗ ਦੇ ਵਿੱਚ ਹੈ। ਉਹ ਤੋਂ ਬਾਅਦ ਫਿਰ ਪੰਚਮ ਪਾਤਸ਼ਾਹ ਜੀ ਦੇ ਦੋ ਸ਼ਬਦ ਨੇ ਜੀ। ਸ੍ਰੀ ਰਾਗ ਮਹੱਲਾ ਤੀਜਾ। ਸਤਿਗੁਰ ਸੇਵੀਐ ਮਨ ਨਿਰਮਲਾ, ਭਏ ਪਵਿੱਤ ਸਰੀਰ। ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗਹਿਰ ਗੰਭੀਰ। ਸੱਚੀ ਸੰਗਤ ਬੈਸਣਾ, ਸੱਚ ਨਾਮ ਮਨ ਧੀਰ। ਹਾਂਜੀ ਸੰਗਤ ਜੀ, ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਜਦੋਂ ਸਤਿਗੁਰ ਸੇਵੀਏ, ਜਦੋਂ ਕਹਿੰਦੇ ਸਤਿਗੁਰ ਦੀ ਸੇਵਾ ਕਰਦੇ ਹਾਂ ਤਾਂ ਸਾਡਾ ਜਿਹੜਾ ਮਨ ਆ ਨਿਰਮਲ ਹੋ ਜਾਂਦਾ ਅਤੇ ਸਾਡਾ ਸਰੀਰ ਵੀ ਪਵਿੱਤਰ ਹੋ ਜਾਂਦਾ। ਕਹਿੰਦੇ ਮਨ ਨੂੰ ਸਦਾ ਸੁੱਖ ਰਹਿੰਦਾ, ਕਿਉਂਕਿ ਸਤਿਗੁਰ ਦੀ ਸੇਵਾ ਕਰਨ ਦੇ ਨਾਲ ਫਿਰ ਅਸੀਂ ਉਹ ਪਰਮਾਤਮਾ ਜਿਹੜਾ ਬਹੁਤ ਗਹਿਰਾ ਹੈ, ਗੰਭੀਰ ਹੈ, ਕਹਿੰਦੇ ਵੀ ਉਹਨੂੰ ਅਸੀਂ ਪਾ ਲੈਂਦੇ ਹਾਂ। ਇਸ ਕਰਕੇ ਸਾਡੇ ਮਨ ਨੂੰ ਸਦਾ ਸੁੱਖ ਅਤੇ ਆਨੰਦ ਬਣਿਆ ਰਹਿੰਦਾ। ਕਹਿੰਦੇ ਸੱਚੀ, ਜਦੋਂ ਅਸੀਂ ਸੱਚੀ ਸੰਗਤ ਦੇ ਵਿੱਚ, ਸਤਸੰਗ ਦੇ ਵਿੱਚ ਬੈਠਦੇ ਹਾਂ ਤਾਂ ਕਹਿੰਦੇ ਸੱਚੇ ਦੇ ਨਾਮ ਦੇ ਨਾਲ ਸਾਡੇ ਮਨ ਨੂੰ ਧੀਰਜ ਆਇਆ ਰਹਿੰਦਾ। ਮਨ ਰੇ ਸਤਿਗੁਰ ਸੇਵ ਨਿਸੰਗ, ਕਹਿੰਦੇ ਹੇ ਮੇਰੇ ਮਨ, ਸਾਰੇ ਝਾਕੇ ਲਾ ਕੇ ਸਤਿਗੁਰ ਦੀ ਸੇਵਾ ਕਰ। ਸਤਿਗੁਰ ਸੇਵੀਐ ਹਰ ਮਨ ਵਸੈ, ਲੱਗੈ ਨ ਮੈਲ ਪਤੰਗ ਰਹਾਓ। ਕਹਿੰਦੇ ਸਤਿਗੁਰ ਦੀ ਸੇਵਾ ਕਰਨ ਦੇ ਨਾਲ ਹਰੀ ਸਾਡੇ ਮਨ ਦੇ ਵਿੱਚ ਆ ਵਸਦਾ। ਸਾਡੇ ਫਿਰ ਕਹਿੰਦੇ ਹਿਰਦੇ ਨੂੰ ਬਿਲਕੁਲ ਰਤਾ ਜਿੰਨੀ ਵੀ ਮੈਲ ਨਹੀਂ ਲੱਗਦੀ ਵਿਕਾਰਾਂ ਦੀ, ਕਿਉਂਕਿ ਸੱਚਾ ਜੋ ਹਿਰਦੇ ਵਿੱਚ ਟਿਕ ਗਿਆ। ਸੱਚੈ ਸ਼ਬਦ ਪਤ ਉਪਜੈ, ਸੱਚੇ ਸੱਚਾ ਨਾਉ। ਕਹਿੰਦੇ ਫਿਰ ਉਸ ਸੱਚੇ ਦੇ ਨਾਉ ਦੇ ਹਿਰਦੇ ਦੇ ਵਿੱਚ ਵਸਣ ਦੇ ਨਾਲ ਕਹਿੰਦੇ ਸੱਚੀ ਮਤਲਬ ਇੱਜ਼ਤ ਹੁੰਦੀ ਆ, ਅਤੇ ਸੱਚੇ ਦਾ ਜਿਹੜਾ ਸ਼ਬਦ ਹੈਗਾ ਉਹਦੇ ਨਾਲ ਇਹ ਇੱਜ਼ਤ ਬਣਦੀ ਆ ਇਨਸਾਨ ਦੀ। ਜਿਨੀ ਹਉਮੈ ਮਾਰ ਪਛਾਣਿਆ, ਹਉ ਤਿਨ ਬਲਿਹਾਰੇ ਜਾਓ। ਮਨ ਮੁਖ ਸੱਚ ਨ ਜਾਣਨੀ, ਤਿਨ ਠੌਰ ਨ ਕਤਹੂ ਥਾਓ। ਕਹਿੰਦੇ ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਕੇ ਉਸ ਪਰਮਾਤਮਾ ਨੂੰ ਪਛਾਣ ਲਿਆ, ਕਹਿੰਦੇ ਮੈਂ ਉਹਨਾਂ ਦੇ ਬਲਿਹਾਰੇ ਜਾਂਦਾ ਹਾਂ। ਪਰ ਕਹਿੰਦੇ ਜਿਹੜੇ ਮਨਮੁਖ ਨੇ ਉਹ ਇਸ ਸੱਚ ਨੂੰ, ਪਰਮਾਤਮਾ ਨੂੰ ਨਹੀਂ ਸਮਝ ਸਕਦੇ। ਫਿਰ ਉਹਨਾਂ ਨੂੰ ਮਤਲਬ ਕਿਤੇ ਹੋਰ ਵੀ ਆਤਮਿਕ ਆਨੰਦ ਲਈ ਕਿਤੇ ਹੋਰ ਥਾਂ ਟਿਕਾਣਾ ਨਹੀਂ ਮਿਲਦਾ ਇਸ ਪਰਮਾਤਮਾ ਤੋਂ ਬਿਨਾਂ। ਸੱਚ ਖਾਣਾ ਸੱਚ ਪਹਿਨਣਾ, ਸੱਚੇ ਹੀ ਵਿਚਵਾਸ। ਸਦਾ ਸੱਚਾ ਸਾ ਲਾਹਣਾ, ਸੱਚੈ ਸ਼ਬਦ ਨਿਵਾਸ। ਸਭ ਆਤਮ ਰਾਮ ਪਛਾਣਿਆ, ਗੁਰਮਤੀ ਨਿਜ ਘਰ ਵਾਸ। ਕਹਿੰਦੇ ਉਹ ਜੀਵ ਜਿਹੜੇ ਹਮੇਸ਼ਾ ਪਰਮਾਤਮਾ ਦਾ ਨਾਂ ਜਪਦੇ ਨੇ, ਫਿਰ ਕਹਿੰਦੇ ਉਹਨਾਂ ਦਾ ਖਾਣਾ ਵੀ ਸੱਚ ਬਣ ਜਾਂਦਾ, ਉਹਨਾਂ ਦਾ ਪਹਿਨਣਾ ਵੀ ਸੱਚ ਬਣ ਜਾਂਦਾ। ਹਮੇਸ਼ਾ ਉਹ ਸੱਚੇ ਦੇ ਨਾਮ ਦੇ ਵਿੱਚ ਉਹਨਾਂ ਦਾ ਵਾਸਾ ਬਣਿਆ ਰਹਿੰਦਾ, ਅਤੇ ਹਮੇਸ਼ਾ ਹੀ ਉਹ ਉਸ ਸੱਚੇ ਪਰਮਾਤਮਾ ਦੀ ਸਿਫਤ ਸਲਾਹਨਾ ਕਰਦੇ ਰਹਿੰਦੇ ਨੇ। ਫਿਰ ਉਹ ਸੱਚੇ ਸ਼ਬਦ ਦੇ ਵਿੱਚ ਉਹਨਾਂ ਦਾ ਨਿਵਾਸ ਬਣਿਆ ਰਹਿੰਦਾ। ਉਹ ਹਰ ਇੱਕ ਘਟ ਦੇ ਵਿੱਚ ਉਸ ਪਰਮਾਤਮਾ ਨੂੰ ਵਿਆਪਕ ਸਮਝਦੇ ਨੇ, ਅਤੇ ਇਸ ਤਰ੍ਹਾਂ ਉਹਨਾਂ ਦਾ ਆਪਦਾ ਟਿਕਾਣਾ ਨਿੱਜ ਘਰ ਵਿੱਚ ਹੋਇਆ ਰਹਿੰਦਾ। ਨਿੱਜ ਘਰ ਕੀ, ਅੰਦਰ ਆਪਣੇ ਆਤਮ ਰਾਮ ਨੂੰ, ਪਰਮਾਤਮਾ ਨੂੰ ਅੰਦਰ ਵਸਦੇ ਨੂੰ ਪਛਾਣ ਲੈਂਦੇ ਨੇ। ਫਿਰ ਉਹਦੇ ਚਰਨਾਂ 'ਚ ਨਿਵਾਸ ਰੱਖਦੇ ਨੇ, ਉਹਦੇ ਚਰਨਾਂ ਦੀ ਪ੍ਰੀਤ ਬਣਾਈ ਰੱਖਦੇ ਨੇ। ਫਿਰ ਜਿੱਦਾਂ ਉਹਨਾਂ ਦਾ ਮਨ ਡੋਲਦਾ ਨਹੀਂ, ਮਨ ਉਹਨਾਂ ਦਾ ਚੰਚਲ ਨਹੀਂ ਹੁੰਦਾ। ਸੱਚ ਵੇਖਣ ਸੱਚ ਬੋਲਣਾ, ਤਨ ਮਨ ਸੱਚਾ ਹੋਏ। ਫਿਰ ਕਹਿੰਦੇ ਉਹਨਾਂ ਦਾ ਜਿਹੜਾ ਵੇਖਣਾ ਵੀ ਸੱਚਾ ਹੁੰਦਾ, ਬੋਲਣਾ ਵੀ ਸੱਚਾ ਹੁੰਦਾ।
ਉਹ ਇਸ ਤਰ੍ਹਾਂ ਕਿ ਉਹ ਦੇਖਦੇ ਨੇ ਕਿ ਹਰ ਇੱਕ ਜਗ੍ਹਾ ਪਰਮਾਤਮਾ ਹੀ ਵਿਆਪਕ ਆ। ਫਿਰ ਉਹ ਹਰ ਇੱਕ ਜਗ੍ਹਾ 'ਤੇ ਪਰਮਾਤਮਾ ਨੂੰ ਹੀ ਦੇਖਦੇ ਨੇ, ਹਰ ਇੱਕ ਜਗ੍ਹਾ 'ਤੇ ਉਹਨਾਂ ਨੂੰ ਪਰਮਾਤਮਾ ਹੀ ਬੋਲਦਾ ਦਿਸਦਾ। ਇਸ ਤਰ੍ਹਾਂ ਉਹਨਾਂ ਦਾ ਤਨ ਵੀ ਅਤੇ ਮਨ ਵੀ ਸੱਚਾ ਹੋ ਜਾਂਦਾ। ਸੱਚੀ ਸਾਖੀ ਉਪਦੇਸ ਸੱਚ, ਸੱਚੈ ਸੱਚੀ ਸੋਏ। ਜਿਨੀ ਸੱਚ ਵਿਸਾਰਿਆ, ਸੇ ਦੁਖੀਏ ਚੱਲੇ ਰੋਏ। ਕਹਿੰਦੇ ਉਹਨਾਂ ਦੇ ਉਹ ਮਤਲਬ ਜਿਹੜੀ ਪਰਮਾਤਮਾ ਦੀ ਸਿੱਖਿਆ, ਪਰਮਾਤਮਾ ਦਾ ਉਪਦੇਸ਼, ਸਭ ਕੁਝ ਕਹਿੰਦੇ ਉਹਨਾਂ ਲਈ ਉਹ ਸੱਚੋ ਸੱਚ ਹੁੰਦਾ ਅਤੇ ਫਿਰ ਉਹਨਾਂ ਦੀ ਸ਼ੋਭਾ ਵੀ ਸੱਚੀ ਬਣੀ ਰਹਿੰਦੀ ਆ। ਦੂਜੇ ਪਾਸੇ ਜਿਹੜੇ ਪਰਮਾਤਮਾ ਨੂੰ ਵਿਸਾਰ ਦਿੰਦੇ ਨੇ ਉਹ ਜਗਤ ਵਿੱਚ ਵੀ ਦੁਖੀ ਰਹਿੰਦੇ ਨੇ ਅਤੇ ਇੱਥੋਂ ਚੱਲਣ ਲੱਗੇ ਵੀ ਦੁਖੀ ਜਾਂਦੇ ਨੇ। ਸਤਿਗੁਰ ਜਿਨੀ ਨਾ ਸੇਵਿਓ, ਸੇ ਕਿਤ ਆਏ ਸੰਸਾਰ। ਜਮਦਰ ਬੱਧੈ ਮਾਰੀਐ, ਕੂਕ ਨ ਸੁਣੈ ਪੁਕਾਰ। ਕਹਿੰਦੇ ਜਿਨ੍ਹਾਂ ਨੇ ਸਤਿਗੁਰ ਦੀ ਸੇਵਾ ਨਹੀਂ ਕੀਤੀ, ਸਤਿਗੁਰ ਦੀ ਸ਼ਰਨ ਨਹੀਂ ਆਏ, ਉਹਨਾਂ ਦਾ ਕਹਿੰਦੇ ਸੰਸਾਰ ਵਿੱਚ ਆਉਣਾ ਵਿਅਰਥ ਹੀ ਗਿਆ। ਉਹ ਆਏ ਸੰਸਾਰ ਵਿੱਚ ਨਾ ਆਏ ਇੱਕ ਬਰਾਬਰ ਹੀ ਆ। ਕਹਿੰਦੇ ਵੀ ਜਦੋਂ ਉਹ ਜਮਦੂਤ ਦੇ ਦਰ 'ਤੇ ਕਹਿੰਦੇ ਉਹਨਾਂ 'ਤੇ ਮਾਰ ਪੈਂਦੀ ਆ ਤਾਂ ਉਹਨਾਂ ਦੀ ਕੂਕ ਵੀ ਕੋਈ ਨਹੀਂ ਸੁਣਦਾ, ਉਹਨੂੰ ਅਣਸੁਣੀ ਕੀਤੀ ਜਾਂਦੀ ਆ। ਬਿਰਥਾ ਜਨਮ ਗਵਾਇਆ, ਮਰ ਜੰਮੈ ਵਾਰੋ ਬਾਰ। ਕਹਿੰਦੇ ਉਹ ਆਪਣਾ ਇਹ ਮਨੁੱਖਾ ਜੀਵਨ ਵਿਅਰਥ ਗਵਾ ਲੈਂਦੇ ਨੇ ਅਤੇ ਜੰਮਣ ਮਰਨ ਦੇ ਚੱਕਰ ਵਿੱਚ ਪੈ ਰਹਿੰਦੇ ਨੇ। ਇਹ ਜਗ ਜਲਤਾ ਦੇਖ ਕੇ, ਭਜ ਪੈ ਸਤਿਗੁਰ ਸਰਣਾ। ਸਤਿਗੁਰ ਸੱਚ ਦਿੜਾਇਆ, ਸਦਾ ਸੱਚ ਸੰਜਮ ਰਹਿਣਾ। ਸਤਿਗੁਰ ਸੱਚਾ ਹੈ ਬੋਹਿਥਾ, ਸਭ ਦੇ ਪਵ ਜਲ ਤਰਨਾ। ਕਹਿੰਦੇ ਫਿਰ ਇਸ ਤਰ੍ਹਾਂ ਜਿਹੜੇ ਮਨਮੁੱਖ ਨੇ ਉਹਨਾਂ ਨੂੰ ਇਸ ਜੱਗ ਵਿੱਚ ਜਲਤੇ ਨੂੰ ਦੇਖ ਕੇ, ਹਉਮੈ ਦੇ ਵਿੱਚ, ਮਾਇਆ ਵਿੱਚ, ਕਹਿੰਦੇ ਜਿਹੜੇ ਜੀਵ ਫਿਰ ਸਤਿਗੁਰ ਦੀ ਸ਼ਰਨ ਪੈ ਜਾਂਦੇ ਨੇ, ਫਿਰ ਸਤਿਗੁਰ ਉਹਨਾਂ ਨੂੰ ਉਸ ਸੱਚੇ ਦਾ ਨਾਮ ਦਿਰੜਾ ਦਿੰਦੇ ਨੇ ਅਤੇ ਚੰਗੀ ਆਤਮਿਕ ਜੀਵਨ ਵਾਲੀ ਰਹਿਣੀ ਉਹਨਾਂ ਨੂੰ ਸਿਖਾ ਦਿੰਦੇ ਨੇ। ਕਹਿੰਦੇ ਸਤਿਗੁਰ ਸੱਚਾ ਹੈ ਬੋਹਿਥਾ। ਸਤਿਗੁਰ ਹੀ ਕਹਿੰਦੇ ਜਹਾਜ਼ ਆ ਜੋ ਆਪਣੇ ਸ਼ਬਦ ਦੇ ਨਾਲ ਸੰਸਾਰ ਨੂੰ, ਸੰਸਾਰ ਦੇ ਲੋਕਾਂ ਨੂੰ ਇਸ ਸੰਸਾਰ ਸਮੁੰਦਰ ਦੇ ਭਵਜਲ ਤੋਂ ਤਾਰ ਦਿੰਦੇ ਨੇ। 184 ਫਿਰਦੇ ਰਹੇ, ਬਿਨ ਸਤਿਗੁਰ ਮੁਕਤ ਨਾ ਹੋਈ। ਪੜ੍ਹ ਪੜ੍ਹ ਪੰਡਤ ਮੋਨੀ ਥਕੇ, ਦੂਜੈ ਪਾਏ ਪਤ ਖੋਈ। ਸਤਿਗੁਰ ਸ਼ਬਦ ਸੁਣਾਇਆ, ਬਿਨ ਸੱਚੇ ਅਵਰ ਨਾ ਕੋਈ। ਕਹਿੰਦੇ ਜਿਹੜੇ ਹੋਰ ਜੀਵ ਨੇ ਜਿਹੜੇ ਮਤਲਬ ਸਤਿਗੁਰ ਦੀ ਸ਼ਰਨ ਨਹੀਂ ਪੈਂਦੇ ਹੈਗੇ, ਕਹਿੰਦੇ ਉਹ ਜਿਹੜੀ 84 ਲੱਖ ਦੀ ਕਹਿੰਦੇ ਜੂਨ ਆ, ਇਹਦੇ ਵਿੱਚ ਉਹਨਾਂ ਦਾ ਜੰਮਣ ਮਰਨ ਦਾ ਚੱਕਰ ਹੋਇਆ ਰਹਿੰਦਾ ਕਿ ਸਤਿਗੁਰ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੁੰਦੀ। ਜਿਹੜੇ ਕਹਿੰਦੇ ਨੇ ਪੰਡਿਤ ਨੇ ਉਹ ਪੋਥੀਆਂ ਪੜ੍ਹ ਪੜ੍ਹ ਥੱਕ ਜਾਂਦੇ ਨੇ, ਜਿਹੜੇ ਮੋਨੀ ਸਾਧੂ ਨੇ ਉਹ ਸਮਾਧੀਆਂ ਲਾ ਲਾ ਥੱਕ ਜਾਂਦੇ ਨੇ ਅਤੇ ਇਸ ਤਰ੍ਹਾਂ ਹੀ ਕਹਿੰਦੇ ਮਾਇਆ ਦੇ ਪਿਆਰ ਵਿੱਚ ਉਹ ਇੱਜ਼ਤ ਗਵਾ ਲੈਂਦੇ ਨੇ ਜਗਤ ਵਿੱਚ। ਕਹਿੰਦੇ ਸਤਿਗੁਰ ਨੇ ਸ਼ਬਦ ਸੁਣਾਇਆ, ਜਿਸ ਜੀਵ ਨੇ ਸਤਿਗੁਰ ਦੀ ਸ਼ਰਨ ਲਈ ਕਿ ਉਸ ਸੱਚੇ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਸਹਾਰਾ ਨਹੀਂ ਹੈ। ਜੋ ਸੱਚੈ ਲਾਏ ਸੇ ਸੱਚ ਲੱਗੇ, ਨਿਤ ਸੱਚੀ ਕਾਰ ਕਰਨ। ਤਿਨਾ ਨਿਜ ਕਰ ਵਾਸਾ ਪਾਇਆ, ਸੱਚੇ ਮਹਿਲ ਰਹਨ। ਨਾਨਕ ਭਗਤ ਸੁਖੀਏ ਸਦਾ, ਸੱਚੈ ਨਾਮ ਰਚਨ। ਫਿਰ ਕਹਿੰਦੇ ਭਾਈ ਜੀਵਾਂ ਦੇ ਵੀ ਕੀ ਵਸ, ਜਿਨ੍ਹਾਂ ਨੂੰ ਕਹਿੰਦੇ ਪਰਮਾਤਮਾ ਨੇ ਆਪ ਦੇ ਨਾਲ ਜੋੜ ਲਿਆ, ਕਹਿੰਦੇ ਉਹੀ ਫਿਰ ਉਹ ਸੱਚੀ ਕਾਰ ਕਮਾਉਂਦੇ ਨੇ ਉਹਦੇ ਨਾਮ ਦੀ। ਫਿਰ ਕਹਿੰਦੇ ਕਿਉਂਕਿ ਉਹਨਾਂ ਨੇ ਉਹਦੇ ਨਾਮ ਦਾ ਕਹਿੰਦੇ ਉਹ ਲੈਂਦੇ ਨੇ, ਸਿਫਤ ਸਲਾਹ ਕਰਦੇ ਨੇ, ਫਿਰ ਕਹਿੰਦੇ ਉਹਨਾਂ ਦਾ ਵਾਸਾ ਨਿੱਜ ਘਰ ਵਿੱਚ ਹੋ ਜਾਂਦਾ। ਫਿਰ ਕਹਿੰਦੇ ਉਹਨਾਂ ਨੂੰ ਪਰਮਾਤਮਾ ਦੇ ਮਹਿਲ ਦੇ ਵਿੱਚ ਹਜ਼ੂਰੀ ਮਿਲਦੀ ਆ। ਉਹ ਇਸ ਤਰ੍ਹਾਂ ਕਿ ਉਹ ਆਪਣੇ ਅੰਤਰ ਆਤਮੇ ਟਿਕੇ ਰਹਿੰਦੇ ਨੇ, ਮਨ ਦੀ ਚੰਚਲਤਾ ਖਤਮ ਹੋ ਜਾਂਦੀ ਆ।
ਕਹਿੰਦੇ ਜਿਹੜੇ ਭਗਤ ਨੇ, ਨਾਨਕ ਜੀ ਕਹਿੰਦੇ ਵੀ ਉਹੀ ਸੁਖੀਏ ਨੇ ਸਦਾ ਇਸ ਸੰਸਾਰ ਵਿੱਚ, ਕਿਉਂਕਿ ਉਹ ਸੱਚੇ ਦੇ ਨਾਮ ਵਿੱਚ ਰਚੇ ਰਹਿੰਦੇ ਨੇ। ਸ੍ਰੀ ਰਾਗ ਮਹੱਲਾ ਪੰਜਵਾਂ। ਜਾ ਕੋ ਮੁਸਕਲ ਅਤ ਬਣੈ, ਟੋਈ ਕੋਏ ਨਾ ਦੇ। ਲਾਗੂ ਹੋਏ ਦੁਸ਼ਮਨਾ, ਸਾਕ ਵਿਪਜ ਖਲੇ। ਸਭੋ ਭਜੈ ਆਸਰਾ, ਚੁਕੈ ਸਭ ਅਸਰਾਓ। ਚਿਤ ਆਵੈ ਉਸ ਪਾਰ ਬ੍ਰਹਮ, ਲੱਗੈ ਨਾ ਤਤੀ ਵਾਓ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ ਵੀ ਜੇ ਕਿਤੇ ਇਨਸਾਨ ਨੂੰ ਵੀ ਬਹੁਤ ਜ਼ਿਆਦਾ ਕੋਈ ਵੱਡੀ ਵਿਪਤਾ ਆ ਜਾਵੇ ਤੇ ਉਹਨੂੰ ਕੋਈ ਸਹਾਰਾ ਦੇਣ ਵਾਲਾ ਨਾ ਹੋਵੇ, ਉਹਦੇ ਜਿਹੜੇ ਹੈਗੇ ਨੇ ਦੋਸਤ ਉਹ ਵੀ ਦੁਸ਼ਮਣ ਬਣ ਜਾਣ ਤੇ ਬਾਕੀ ਸਾਰੇ ਸਾਕ ਸੰਬੰਧੀ ਉਹਨੂੰ ਛੱਡ ਜਾਣ, ਉਹਦੇ ਸਾਰੇ ਹੀ ਆਸਰੇ, ਸਾਰੇ ਹੀ ਸਹਾਰੇ ਕਹਿੰਦੇ ਉਹਦੇ ਖਤਮ ਹੋ ਜਾਣ, ਪਰ ਕਹਿੰਦੇ ਜੇ ਉਹਦੇ ਚਿੱਤ ਵਿੱਚ ਉਹ ਪਾਰ ਬ੍ਰਹਮ ਦੀ ਯਾਦ ਆ ਜਾਵੇ, ਪਰਮੇਸ਼ਰ ਦੀ, ਤਾਂ ਉਹਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ, ਉਹਨੂੰ ਤੱਤੀ ਵਾਹ ਨਹੀਂ ਲੱਗ ਸਕਦੀ। ਵਾਹਿਗੁਰੂ ਜੀ, ਵਾਹਿਗੁਰੂ। ਸਾਹਿਬ ਨਿਤਾਣਿਆ ਕਾ ਤਾਣ, ਆਏ ਨਾ ਜਾਈ ਥਿਰ ਸਦਾ, ਗੁਰ ਸਬਦੀ ਸੱਚ ਜਾਣ। ਕਹਿੰਦੇ ਉਹ ਮੇਰਾ ਸਾਹਿਬ ਕਮਜ਼ੋਰਾਂ ਦਾ ਤਾਕਤ ਹੈ, ਉਹ ਕਮਜ਼ੋਰਾਂ ਦੀ ਤਾਕਤ ਹੈ, ਜਿਨ੍ਹਾਂ ਨੂੰ ਕੋਲ ਤਾਕਤ ਨਹੀਂ, ਉਹ ਪਰਮਾਤਮਾ ਉਸ ਦੀ ਤਾਕਤ ਹੈ। ਉਹ ਪਰਮਾਤਮਾ ਨਾ ਜੰਮਦਾ ਨਾ ਮਰਦਾ, ਸਦਾ ਕਹਿੰਦੇ ਥੇਰਾ। ਇੱਦਾਂ ਦੀ ਫਿਰ ਤਾਕਤ ਉਹਨਾਂ ਨੂੰ ਜਿਹੜੀ ਸਦਾ ਥੇਰਾ ਇਹ ਮਿਲਦੀ ਆ, ਪਰ ਇਹਦੇ ਨਾਲ ਜਾਣ ਪਛਾਣ ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਇਸ ਪਰਮਾਤਮਾ ਨਾਲ ਜਾਣ ਪਛਾਣ ਬਣਾ। ਰਹਾਓ। ਜੇ ਕੋ ਹੋਵੈ ਦੁਬਲਾ, ਨੰਗ ਭੁੱਖ ਕੀ ਪੀਰ। ਦਮੜਾ ਪੱਲੇ ਨਾ ਪਵੈ, ਨਾ ਕੋ ਦੇਵੈ ਧੀਰ। ਕਹਿੰਦੇ ਜੇ ਕੋਈ ਮਤਲਬ ਇਸ ਤਰ੍ਹਾਂ ਇਨਸਾਨ ਹੋਵੇ ਕਿ ਉਹਨੂੰ ਹਮੇਸ਼ਾ ਹੀ ਭੁੱਖ ਨੰਗ ਦੀ ਮਤਲਬ ਪੀੜ ਰਹੇ ਤੇ ਉਹਦੇ ਕੋਲ ਕੋਈ ਪੈਸਾ ਨਾ ਹੋਵੇ ਤੇ ਨਾ ਉਹਨੂੰ ਕੋਈ ਧੀਰਜ ਦੇਣ ਵਾਲਾ ਹੋਵੇ। ਸਵਾਰਥ ਸੁਆਉ ਨਾ ਕੋ ਕਰੇ, ਨਾ ਕਿਛ ਹੋਵੈ ਕਾਜ। ਚਿਤ ਆਵੈ ਉਸ ਪਾਰ ਬ੍ਰਹਮ, ਤਾਂ ਨਿਹਚਲ ਹੋਵੈ ਰਾਜ। ਕਹਿੰਦੇ ਕੋਈ ਉਹਦੀ ਗਰਜ ਪੂਰੀ ਕਰਨ ਵਾਲਾ ਨਾ ਹੋਵੇ ਤੇ ਆਪਣੇ ਆਪ ਤੋਂ ਕੋਈ ਉਹਦਾ ਆਪਣਾ ਕੰਮ ਸਾਰਿਆ ਨਾ ਜਾਵੇ, ਠੀਕ ਨਾ ਹੋ ਸਕੇ, ਪਰ ਕਹਿੰਦੇ ਜੇ ਉਹਦੇ ਚਿੱਤ ਵਿੱਚ ਉਸ ਪਾਰ ਬ੍ਰਹਮ ਦੀ ਯਾਦ ਆ ਜਾਵੇ ਤਾਂ ਉਹਦਾ ਰਾਜ ਨਿਹਚਲ ਹੋ ਜਾਂਦਾ। ਮਤਲਬ ਕਿ ਉਹਦਾ ਅੰਦਰਲਾ ਮਨ ਆਨੰਦ ਨਾਲ ਭਰ ਜਾਂਦਾ ਜੇ ਉਹਦੇ ਚਿੱਤ ਉਹ ਪਾਰ ਬ੍ਰਹਮ ਆ ਜਾਵੇ। ਵਾਹਿਗੁਰੂ ਜੀ, ਵਾਹਿਗੁਰੂ। ਜਾ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ। ਗ੍ਰਹਿਸਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ। ਗੌਣ ਕਰੇ ਚਹੁ ਕੁੰਟ ਕਾ, ਘੜੀ ਨਾ ਬੈਸਣ ਸੋਏ। ਚਿਤ ਆਵੈ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਫਿਰ ਕਹਿੰਦੇ ਕੋਈ ਇੱਦਾਂ ਦਾ ਇਨਸਾਨ ਹੋਵੇ ਜਿਹਦੇ ਦੇਹ ਨੂੰ ਬਹੁਤ ਰੋਗ ਲੱਗੇ ਹੋਣ, ਫਿਰ ਕਹਿੰਦੇ ਉਹ ਜਿੱਦਾਂ ਆਪਣੇ ਗ੍ਰਹਿਸਥ ਦੇ ਵਿੱਚ ਰਹਿੰਦੇ ਆ, ਕਦੇ ਹਰਖਾ, ਕਦੇ ਖੁਸ਼ੀ ਹੋ ਗਈ, ਕਦੇ ਗਮੀ ਹੋ ਗਈ, ਇਹਦੇ ਵਿੱਚ ਹੀ ਕਹਿੰਦੇ ਉਹ ਉਲਝਿਆ ਰਹੇ। ਤੇ ਕਹਿੰਦੇ ਵੀ ਇੰਨਾ ਉਹ ਮਤਲਬ ਜ਼ਿਆਦਾ ਵਿਅਸਤ ਹੋਵੇ, ਕਹਿੰਦੇ ਵੀ ਚਾਰੇ ਕੁੰਡਾਂ ਉਹਨੂੰ ਕਦੇ ਇੱਧਰ ਗਿਆ ਕੰਮ ਲਈ, ਕਦੇ ਇੱਧਰ ਗਿਆ, ਉਹਨੂੰ ਇੱਕ ਘੜੀ ਨਾ ਬੈਠਣਾ ਮਿਲਦਾ ਹੋਵੇ, ਵੀ ਇੰਨੀ ਉਹਦੀ ਕਹਿੰਦੇ ਜ਼ਿੰਦਗੀ ਵਿਅਸਤ ਹੋਵੇ, ਮਤਲਬ ਵੀ ਇੱਕ ਦੁਖੀ ਹੋਇਆ ਹੋਵੇ ਉਹ। ਪਰ ਕਹਿੰਦੇ ਫਿਰ ਕੀ ਹੋਵੇ ਜੇ ਉਹਨੂੰ ਕਹਿੰਦੇ ਪਾਰ ਬ੍ਰਹਮ ਦੀ, ਪਰਮੇਸ਼ਰ ਦੀ ਯਾਦ ਆ ਜਾਵੇ ਤਾਂ ਇੰਨਾ ਕੁਛ ਹੁੰਦਿਆਂ ਹੋਇਆਂ ਵੀ ਉਹਦਾ ਤਨ ਤੇ ਮਨ ਕਹਿੰਦੇ ਠੰਡਾ ਠਾਰ ਹੋ ਜਾਂਦਾ, ਉਹਨੂੰ ਸ਼ਾਂਤੀ ਮਿਲ ਜਾਂਦੀ ਆ, ਕਿਉਂਕਿ ਉਹਨੂੰ ਪਾਰ ਬ੍ਰਹਮ ਯਾਦ ਆ ਗਿਆ। ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ। ਚਾਰੇ ਕਿਲ ਵਿਖ ਉਨ ਅਗ ਕੀਏ, ਹੋਆ ਅਸੁਰ ਸੰਘਾਰ।
पोथी गीत कवित किछ कदे न करन तरिया। चित आवै उस पार ब्रह्म तां निमख सिमरत तरिया। ਕਹਿੰਦੇ ਜੇ ਕੋਈ ਜੀਵ ਨੂੰ ਕਾਮ ਕ੍ਰੋਧ ਤੇ ਲੋਭ ਤੇ ਮੋਹ ਨੇ ਮਤਲਬ ਇਹਨਾਂ ਨੇ ਸਾਰਿਆਂ ਨੇ ਆਪਣੇ ਘੇਰਾ ਪਾਇਆ ਹੋਵੇ ਤੇ ਉਹ ਮਤਲਬ ਲੋਭ ਦੇ ਕਹਿੰਦੇ ਲਾਲਚ ਵਿੱਚ ਕੰਜੂਸ ਬਣਿਆ ਹੋਵੇ ਤੇ ਕਹਿੰਦੇ ਜਿਹੜੇ 4 ਵੱਡੇ ਪਾਪ ਨੇ ਉਹ ਉਹਦੇ ਤੋਂ ਹੋ ਗਏ ਹੋਣ ਤੇ ਫਿਰ ਕਹਿੰਦੇ ਇਦਾਂ ਹੋਵੇ ਕਿ ਉਹਨੂੰ ਤਾਂ ਜਿੱਦਾਂ ਵੀ ਮੌਤ ਦਾ ਦੰਡ ਮਿਲੇ ਨਾ ਵੀ ਇੰਨੇ ਮਤਲਬ ਉਹਨੇ ਪਾਪ ਕੀਤੇ ਹੋਣ। ਤੇ ਕਦੇ ਕਹਿੰਦੇ ਉਹਨੇ ਕੋਈ ਧਾਰਮਿਕ ਪੋਥੀ ਗੀਤ ਕਵਿਤਾ ਕੋਈ ਆਪਣੇ ਕੰਨਾਂ ਨਾਲ ਨਾ ਸੁਣੀ ਹੋਵੇ ਮਤਲਬ ਇੰਨਾ ਉਹਦੇ ਨਾਲ ਬੁਰਾ ਹੋਇਆ ਹੋਵੇ ਪਰ ਫਿਰ ਵੀ ਕਹਿੰਦੇ ਜੇ ਉਹਦੇ ਚਿੱਤ ਵਿੱਚ ਉਸ ਪਾਰ ਬ੍ਰਹਮ ਦੀ ਯਾਦ ਆ ਜਾਵੇ ਤਾਂ ਇੱਕ ਨਿਮਕ ਇੱਕ ਅੱਖ ਫਰਕਣ ਦੇ ਟਾਈਮ 'ਤੇ ਜੇ ਉਹਨੇ ਪਰਮਾਤਮਾ ਦਾ ਸਿਮਰਨ ਕਰ ਲਿਆ ਫਿਰ ਵੀ ਉਹ ਤਰ ਜਾਂਦਾ। ਕਹਿੰਦੇ ਇੰਨੀ ਸਿਮਰਨ ਦੇ ਵਿੱਚ ਤਾਕਤ ਆ ਪਰਮਾਤਮਾ ਦੇ। ਸਾਸਤ ਸਿਮਰਤ ਵੇਦ 4 ਮੁਖਾਗਰ ਵਿਚਰੇ ਤਪੇ ਤਪੀਸਰ ਜੋਗੀਆ ਤੀਰਥ ਗਵਨ ਕਰੇ। ਖਟ ਕਰਮਾਂ ਤੇ ਦੁੱਗਣੇ ਪੂਜਾ ਕਰਤਾ ਨਾਏ। ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ। ਹਾਂਜੀ ਪਹਿਲਾਂ ਸ਼ਬਦਾਂ ਦੇ ਵਿੱਚ ਦੱਸ ਕੇ ਆਏ ਨੇ ਕਿ ਵੀ ਜੇ ਇੰਨੀਆਂ ਔਖਿਆਈਆਂ ਵੀ ਹੋਣ ਪਰ ਉਸ ਪਾਰ ਬ੍ਰਹਮ ਦਾ ਜੇ ਨਾਂ ਚੇਤੇ ਆ ਜਾਵੇ ਉਹਦੀ ਯਾਦ ਆ ਜਾਵੇ ਤਾਂ ਕੁਛ ਵੀ ਨਹੀਂ ਰਹਿੰਦੀ ਦੁੱਖ ਤਕਲੀਫ ਸਭ ਕੁਝ ਠੀਕ ਹੋ ਜਾਂਦਾ। ਹੁਣ ਦੱਸ ਰਹੇ ਨੇ ਕਿ ਚਾਹੇ ਕੋਈ ਜਪੀ ਤਪੀ ਕਿੰਨੇ ਵੀ ਹੋਣ ਪਰ ਜੇ ਅਸਲ ਦੇ ਵਿੱਚ ਪਰਮਾਤਮਾ ਦੇ ਨਾਂ 'ਚ ਨਹੀਂ ਰਚੇ ਤਾਂ ਉਹਨਾਂ ਨੂੰ ਕਿਵੇਂ ਦੁੱਖ ਵਿਆਪਦੇ ਨੇ। ਹਾਂਜੀ ਪਾਤਸ਼ਾਹ ਕਹਿੰਦੇ ਨੇ ਕਿ ਜੇ ਕਿਸੇ ਨੇ ਵੀ ਮਤਲਬ ਸਾਰੀਆਂ ਸਿਮਰਤੀਆਂ ਸਾਰੇ ਸ਼ਾਸਤਰ 4 ਵੇਦ ਵੀ ਉਹਨਾਂ ਨੂੰ ਮਤਲਬ ਉਹ ਮੂੰਹ ਜ਼ਬਾਨੀ ਉਹਨਾਂ ਦਾ ਵਿਚਾਰ ਕਰੇ ਉਹਨਾਂ ਨੂੰ ਪੜ੍ਹੇ ਤੇ ਕੋਈ ਮਤਲਬ ਤਪੀਸਰ ਹੋਵੇ ਕੋਈ ਜੋਗੀ ਹੋਵੇ ਜਿਹੜੇ ਤੀਰਥਾਂ ਦੇ ਉੱਪਰ ਸਾਰੇ ਯਾਤਰਾ ਕਰਦਾ ਫਿਰਦਾ ਹੋਵੇ ਤੇ ਜਿਹੜੇ 6 ਕਰਮ ਇਹਨਾਂ ਸ਼ਾਸਤਰਾਂ ਨੇ ਦੱਸੇ ਹੋਏ ਨੇ ਧਾਰਮਿਕ ਕਰਮ ਉਹਨਾਂ ਤੋਂ ਵੀ ਦੁੱਗਣੇ ਕਰਮ ਕਰੇ ਤੇ ਤੀਰਥਾਂ 'ਤੇ ਨਹਾਵੇ ਹੋਰ ਪੂਜਾ ਕਰਦਾ ਫਿਰੇ ਸਾਰੇ ਧਾਰਮਿਕ ਕੰਮ ਕਰਦਾ ਫਿਰੇ ਪਰ ਕਹਿੰਦੇ ਜੇ ਰੰਗ ਨਾ ਲੱਗੀ ਪਾਰ ਬ੍ਰਹਮ ਜੇ ਪਰਮੇਸ਼ਰ ਦੇ ਨਾਲ ਪਿਆਰ ਨਹੀਂ ਪਿਆ ਤਾਂ ਸਰ ਪਰ ਨਰਕੇ ਜਾਏ। ਕਹਿੰਦੇ ਪੱਕਾ ਵੀ ਉਹ ਨਰਕ ਵਿੱਚ ਜਾਊਗਾ। ਰਾਜ ਮਿਲਕ ਸਿੱਕਦਾਰੀਆਂ ਰਸ ਭੋਗਣ ਬਿਸਥਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ। ਰੰਗ ਤਮਾਸੇ ਬਹੁ ਵਿਧੀ ਚਾਏ ਲੱਗ ਰਿਹਾ ਚਿੱਤ ਨ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ। ਫਿਰ ਕਹਿੰਦੇ ਜਿਸ ਇਨਸਾਨ ਕੋਲ ਰਾਜ ਹੋਵੇ ਜ਼ਮੀਨਾਂ ਹੋਣ ਸਰਦਾਰ ਹੋਵੇ ਹੋਰ ਬਹੁਤ ਉਹਨੂੰ ਪਦਾਰਥਾਂ ਦੇ ਭੋਗਣ ਨੂੰ ਮਿਲੇ ਹੋਣ ਉਹਨਾਂ ਦੇ ਪਦਾਰਥਾਂ ਦੇ ਰਸ ਭੋਗਦਾ ਹੋਵੇ ਬਾਗ ਲੱਗੇ ਹੋਣ ਸੋਹਣੇ ਕਹਿੰਦੇ ਫਿਰ ਆਪਣਾ ਉਹਦਾ ਹੁਕਮ ਚੱਲਦਾ ਹੋਵੇ ਸਾਰਿਆਂ 'ਤੇ ਹੋਰ ਰੰਗ ਤਮਾਸ਼ੇ ਕਹਿੰਦੇ ਉਹ ਮਾਣਦਾ ਹੋਵੇ ਜਿਹੜੇ ਉਹਨੂੰ ਆਨੰਦ ਦੇ ਰਹੇ ਹੋਣ ਖੁਸ਼ੀ ਦੇ ਰਹੇ ਹੋਣ ਤਾਂ ਕਹਿੰਦੇ ਪਰ ਜੇ ਕਹਿੰਦੇ ਉਹਨੂੰ ਉਹ ਪਰਮਾਤਮਾ ਨਹੀਂ ਯਾਦ ਆਇਆ ਤਾਂ ਉਹ ਪੱਕਾ ਸਮਝੋ ਕਿ ਸੱਪ ਦੀ ਜੂਨ ਪਿਆ। ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ। ਬਹੁਤ ਧਨਾੜ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਪਾਈਆ ਸਾਜਨ ਸੰਗ ਪ੍ਰੀਤ। ਲਸਕਰ ਤਰਕਸ ਬੰਦ ਬੰਦ ਜੀਓ ਜੀਓ ਸਗਲੀ ਕੀਤ ਚਿੱਤ ਨ ਆਇਓ ਪਾਰ ਬ੍ਰਹਮ ਤਾਂ ਖੜ ਰਸਾਤਲ ਦੀਤ। ਫਿਰ ਕਹਿੰਦੇ ਕੋਈ ਬਹੁਤ ਧਨਾੜ ਹੋਵੇ ਚੰਗਾ ਉਹਦਾ ਆਚਰਣ ਹੋਵੇ ਚੰਗੀ ਉਹਦੀ ਸੋਭਾ ਬਣੀ ਹੋਵੇ ਜੀਵਨ ਜੁਗਤ ਵੀ ਉਹਦੀ ਚੰਗੀ ਹੋਵੇ ਉਹਦੇ ਕੋਲ ਮਾਤਾ ਪਿਤਾ ਪੁੱਤਰ ਭਾਈ ਹੋਰ ਕਹਿੰਦੇ ਮਤਲਬ ਸੱਜਣ ਮਿੱਤਰਾਂ ਦੀ ਉਹਦੇ ਕੋਲ ਉਹਦੇ ਨਾਲ ਪ੍ਰੀਤ ਹੋਵੇ ਤੇ ਫਿਰ ਕਹਿੰਦੇ ਤਰਕ ਸੰਬੰਧ ਜਿਹੜੇ ਲਸਕਰ ਨੇ ਉਹ ਮਤਲਬ ਉਹਨੂੰ ਸਲਾਮਾਂ ਕਰਦੇ ਹੋਣ ਸਾਰੀ ਦੁਨੀਆ ਉਹਨੂੰ ਜੀਓ ਜੀਓ ਕਰਦੀ ਹੋਵੇ
ਪਰ ਕਹਿੰਦੇ ਜੇ ਉਹਦੇ ਚਿੱਤ ਉਹ ਪਾਰ ਬ੍ਰਹਮ ਨਹੀਂ ਆਇਆ ਤਾਂ ਫਿਰ ਉਹ ਸਿੱਧਾ ਕਹਿੰਦੇ ਨਰਕਾਂ ਵਿੱਚ ਉਹਨੂੰ ਲਿਜਾਇਆ ਜਾਂਦਾ। ਵਾਹਿਗੁਰੂ ਜੀ। ਕਾਇਆ ਰੋਗ ਨਾ ਛਿਦਰ ਕਿਛ, ਨਾ ਕਿਛ ਕਾੜਾ ਸੋਗ, ਮਿਰਤ ਨ ਆਵੀ ਚਿੱਤ ਤਿਸ, ਅਹਨਸ ਭੋਗੈ ਭੋਗ, ਸਭ ਕਿਛ ਕੀਤੁਨ ਆਪਣਾ, ਜੀਏ ਨ ਸੰਕ ਤਰਿਆ, ਚਿੱਤ ਨ ਆਇਓ ਪਾਰ ਬ੍ਰਹਮ, ਜਮ ਕੰਕਰ ਵਸ ਪਰਿਆ। ਫਿਰ ਕਹਿੰਦੇ ਕੋਈ ਇੱਦਾਂ ਦਾ ਜੀਵ ਹੋਵੇ ਜਿਹਦੀ ਕਹਿੰਦੇ ਮਤਲਬ ਦੇਹ ਨੂੰ ਵੀ ਕੋਈ ਰੋਗ ਨਾ ਹੋਵੇ, ਹੋਰ ਕਹਿੰਦੇ ਕੋਈ ਉਹਨੂੰ ਵੀ ਕੋਈ ਦੁੱਖ ਤਕਲੀਫ ਨਾ ਹੋਵੇ, ਕੋਈ ਉਹਨੂੰ ਚਿੰਤਾ ਨਾ ਹੋਵੇ, ਕਿਸੇ ਗੱਲ ਤੋਂ ਮਤਲਬ ਉਹ ਦੁਖੀ ਨਾ ਹੋਵੇ। ਅਤੇ ਕਹਿੰਦੇ ਵੀ ਉਹ ਸਾਰੇ ਹਰ ਰੋਜ਼ ਕਹਿੰਦੇ ਵੀ ਉਹ ਸੰਸਾਰਿਕ ਪਦਾਰਥਾਂ ਦੇ ਭੋਗਦਾ ਹੋਵੇ ਅਤੇ ਉਹਨੂੰ ਮੌਤ ਦਾ ਵੀ ਸਹਿਮ ਨਾ ਹੋਵੇ ਮਨ ਦੇ ਵਿੱਚ। ਫਿਰ ਕਹਿੰਦੇ ਵੀ ਉਹਨੇ ਜਿਹੜਾ ਕੁਛ ਵੀ ਸੰਸਾਰ ਵਿੱਚ ਬਣਾਇਆ ਉਹਨੂੰ ਬਣਾ ਕੇ ਵੀ ਉਹਦੇ ਮਨ ਦੇ ਵਿੱਚ ਕੋਈ ਇੱਦਾਂ ਸ਼ੰਕਾ ਨਾ ਹੋਵੇ ਕਿ ਵੀ ਇਹ ਕਦੇ ਮੇਰੇ ਕੋਲੋਂ ਚਲੇ ਜਾਣਾ। ਫਿਰ ਕਹਿੰਦੇ ਉਹਨੂੰ ਵੀ ਕਹਿੰਦੇ ਜੇ ਪਰਮਾਤਮਾ ਦਾ ਨਾਂ ਨਹੀਂ ਉਹਨੂੰ ਯਾਦ ਆਇਆ, ਕਹਿੰਦੇ ਪੱਕਾ ਸਮਝੋ ਵੀ ਉਹ ਜਮਾਂ ਦੇ ਵਾਸੀ ਪੈਣਾ ਉਹਨੇ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ, ਤਿਉ ਤਿਉ ਹਰ ਸਿਉ ਰੰਗ। ਫਿਰ ਕਹਿੰਦੇ ਵੀ ਜਿਸ ਉੱਤੇ ਪਰਮਾਤਮਾ ਕਿਰਪਾ ਕਰੇ, ਕਹਿੰਦੇ ਫਿਰ ਉਹ ਜੀਵ ਫਿਰ ਸਾਧ ਦਾ ਸੰਗ ਕਰਦਾ, ਸੰਤ ਦਾ ਸੰਗ ਕਰਦਾ। ਫਿਰ ਜਿਵੇਂ ਜਿਵੇਂ ਕਹਿੰਦੇ ਇਸ ਸੰਗਤ ਦੇ ਵਿੱਚ ਉਹਦਾ ਆਉਣਾ ਜਾਣਾ ਵੱਧਦਾ ਜਾਂਦਾ, ਤਿਉਂ ਤਿਉਂ ਉਹਦਾ ਪਰਮਾਤਮਾ ਦੇ ਨਾਲ ਪ੍ਰੇਮ ਵੱਧਦਾ ਜਾਂਦਾ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਨਾ ਵੀ ਜਿਵੇਂ ਦੀ ਕੋਈ ਸੰਗਤ ਕਰਦਾ ਫਿਰ ਉਵੇਂ ਦੀ ਉਹਨੂੰ ਰੰਗਤ ਹੁੰਦੀ ਜਾਂਦੀ ਹੈ ਨਾ। ਫਿਰ ਜਿਵੇਂ ਹੁਣ ਜੇ ਸਾਧੂ ਦਾ ਸੰਗ ਕਰਦਾ ਉੱਥੇ ਹਰਦਮ ਭਗਤੀ ਬੰਦਗੀ ਹੁੰਦੀ ਆ, ਇਵੇਂ ਉਸ ਇਨਸਾਨ ਦਾ ਫਿਰ ਪਿਆਰ ਪਰਮਾਤਮਾ ਨਾਲ ਨਿੱਤਾ ਦਿਨ ਲਈ ਵੱਧਦਾ ਹੀ ਜਾਂਦਾ, ਵੱਧਦਾ ਹੀ ਜਾਂਦਾ। ਦੋਹਾਂ ਸਿਰਿਆਂ ਕਾ ਖਸਮ ਆਪ, ਅਵਰ ਨ ਦੂਜਾ ਥਾਓ, ਸਤਿਗੁਰ ਤੁਠੈ ਪਾਇਆ, ਨਾਨਕ ਸੱਚਾ ਨਾਉ। ਕਹਿੰਦੇ ਉਹ ਪਰਮਾਤਮਾ ਦੋਨਾਂ ਸਿਰਿਆਂ ਦਾ ਆਪ ਕਹਿੰਦੇ ਉਹ ਖਸਮ ਆ। ਕਿਸ ਤਰ੍ਹਾਂ? ਇੱਕ ਪਾਸੇ ਕਹਿੰਦੇ ਵੀ ਜਿਹੜੇ ਜੀਵ ਵਿਕਾਰਾਂ ਵਿੱਚ ਪਏ ਨੇ, ਦੂਜੇ ਪਾਸੇ ਜਿਹੜੇ ਉਹਦੇ ਨਾਲ ਜੁੜੇ ਹੋਏ ਨੇ। ਕਹਿੰਦੇ ਇਹ ਜੀਵ ਦੇ ਵੱਸ ਨਹੀਂ, ਇਹ ਪਰਮਾਤਮਾ ਜਿੱਧਰ ਜਿਹਨੂੰ ਲਾਉਣਾ ਚਾਹੇ ਉਹਦੇ ਪੂਰਵਲੇ ਕਰਮਾਂ ਦੇ ਲੇਖਾਂ ਦੇ ਹਿਸਾਬ ਨਾਲ ਪਰਮਾਤਮਾ ਹੀ ਉਹਨਾਂ ਨੂੰ ਲਾਉਂਦਾ ਹੈਗਾ। ਫਿਰ ਕਹਿੰਦੇ ਵੀ ਜੇ ਸਤਿਗੁਰ ਤੁੱਠੇ ਪਾਇਆ, ਨਾਨਕ ਸੱਚਾ ਨਾਉ। ਨਾਨਕ ਜੀ ਕਹਿੰਦੇ ਨੇ ਵੀ ਜਦੋਂ ਸਤਿਗੁਰ ਸਾਡੇ 'ਤੇ ਪ੍ਰਸੰਨ ਹੁੰਦਾ ਫਿਰ ਸਾਨੂੰ ਉਹ ਸੱਚੇ ਦਾ ਨਾਉ ਦਾਨ ਦਿੰਦਾ। ਵਾਹਿਗੁਰੂ ਜੀ, ਵਾਹਿਗੁਰੂ। ਸ੍ਰੀ ਰਾਗ ਮਹੱਲਾ ਪੰਜਵਾਂ, ਘਰ ਪੰਜਵਾਂ। ਜਾਨੋ ਨਹੀਂ ਭਾਵੈ ਕਬਨ ਬਾਤਾ, ਮਨ ਖੋਜ ਮਾਰਗ ਰਹਾਓ। ਹਾਂਜੀ, ਕਹਿੰਦੇ ਪਤਾ ਨਹੀਂ ਵੀ ਪਰਮਾਤਮਾ ਜੀਵ ਦੀ ਕਿਸ ਕੰਮ ਦੇ ਨਾਲ ਪ੍ਰਸੰਨ ਹੁੰਦਾ। ਕਹਿੰਦੇ ਵੀ ਉਸ ਮਾਰਗ ਨੂੰ ਉਹ ਰਸਤਾ ਖੋਜੋ ਜਿਹਦੇ ਨਾਲ ਪਰਮਾਤਮਾ ਪ੍ਰਸੰਨ ਹੁੰਦਾ। ਧਿਆਨੀ ਧਿਆਨ ਲਾਵੈ। ਕਹਿੰਦੇ ਜਿਹੜੇ ਧਿਆਨੀ ਨੇ ਉਹ ਧਿਆਨ ਲਾਉਂਦੇ ਨੇ ਪਰਮਾਤਮਾ 'ਚ। ਗਿਆਨੀ ਗਿਆਨ ਕਮਾਵੈ। ਜਿਹੜੇ ਗਿਆਨੀ ਨੇ ਕਹਿੰਦੇ ਵੀ ਉਹ ਹੋਰ ਧਾਰਮਿਕ ਚਰਚਾਵਾਂ ਕਰਦੇ ਨੇ। ਪ੍ਰਭ ਕਿਨਹੀ ਜਾਤਾ। ਕਹਿੰਦੇ ਪਰ ਕੋਈ ਵਿਰਲਾ ਹੀ ਆ ਜਿਹਨੇ ਕਹਿੰਦੇ ਪਰਮਾਤਮਾ ਦੇ ਨਾਲ ਜਾਣ ਪਛਾਣ ਪਾਈ ਆ। ਭਗਉਤੀ ਰਹਿਤ ਜੁਗਤਾ। ਫਿਰ ਕਹਿੰਦੇ ਜਿਹੜੇ ਭਗਉਤੀ ਸਾਧ ਹੁੰਦੇ ਨੇ ਕਹਿੰਦੇ ਉਹ ਆਪਣੀ ਮਤਲਬ ਅਲੱਗ ਤਰ੍ਹਾਂ ਦੀ ਕਹਿੰਦੇ ਜਿਹੜੀ ਜੀਵਨ ਹੈਗਾ ਉਹ ਬਤਾਉਂਦੇ ਨੇ। ਜੋਗੀ ਕਹਿਤ ਮੁਕਤਾ। ਕਹਿੰਦੇ ਜੋਗੀ ਕਹਿੰਦਾ ਵੀ ਮੈਂ ਤਾਂ ਮੁਕਤ ਹੋ ਗਿਆ। ਤਪਸੀ ਤਪੈ ਰਾਤਾ। ਕਹਿੰਦੇ ਤਪ ਕਰਨ ਵਾਲੇ ਤਪ ਕਰਦੇ ਨੇ। ਮੋਨੀ ਮੋਨ ਤਾਰੀ। ਕਹਿੰਦੇ ਜਿਹੜੇ ਮੋਨੀ ਸਾਧੂ ਨੇ ਉਹ ਚੁੱਪ ਵੱਟੀ ਰੱਖਦੇ ਨੇ।
ਸੰਨਿਆਸੀ ਬ੍ਰਹਮਚਾਰੀ, ਜਿਹੜੇ ਸੰਨਿਆਸੀ ਨੇ ਉਹਨਾਂ ਨੇ ਸੰਨਿਆਸ ਲਿਆ ਹੁੰਦਾ। ਉਦਾਸੀ ਉਦਾਸ ਰਾਤਾ, ਫਿਰ ਇੱਕ ਉਦਾਸ ਮੱਤ ਵਾਲੇ ਨੇ ਜਿਹੜੇ, ਉਹ ਉਦਾਸ ਰਹਿੰਦੇ ਨੇ, ਮਤਲਬ ਜਿੱਦਾਂ ਦੁਨੀਆ ਤੋਂ ਨਿਰਲੇਪ ਰਹਿੰਦੇ ਨੇ। ਭਗਤ ਨਵੈ ਪ੍ਰਕਾਰਾ, ਕਹਿੰਦੇ ਇਹ ਕਿਹਾ ਜਾਂਦਾ ਕਿ ਭਗਤੀ 9 ਤਰ੍ਹਾਂ ਦੀ ਆ। ਪੰਡਤ ਵੇਦ ਪੁਕਾਰਾ, ਕਹਿੰਦੇ ਜਿਹੜੇ ਪੰਡਤ ਨੇ ਉਹ ਮਤਲਬ ਵੇਦਾਂ ਦਾ ਪਾਠ ਕਰਦੇ ਨੇ। ਗ੍ਰਹਸਤੀ ਗ੍ਰਹਿਸਤ ਧਰਮਾਤਾ, ਜਿਹੜੇ ਕਹਿੰਦੇ ਗ੍ਰਹਸਤੀ ਨੇ ਉਹ ਆਪਣੇ ਗ੍ਰਹਿਸਤ ਧਰਮ ਨੂੰ ਨਿਭਾਉਂਦੇ ਨੇ। ਇੱਕ ਸ਼ਬਦੀ ਬਹੁ ਰੂਪ ਅਵਧੂਤਾ, ਕਹਿੰਦੇ ਇੱਕ ਇੱਦਾਂ ਦੇ ਨੇ ਜਿਹੜੇ ਇੱਕ ਸ਼ਬਦ ਅਲੱਖ ਲੱਖ ਦਾ ਮਤਲਬ ਨਾਮ ਜਪਦੇ ਨੇ, ਪਰ ਬਹੁਤ ਤਰ੍ਹਾਂ ਦੇ ਰੂਪ ਬਣਾਉਂਦੇ ਨੇ, ਕਈ ਨਾਂਗੇ ਵੀ ਰਹਿੰਦੇ ਨੇ। ਕਾਪੜੀ ਕੌਤੇ ਜਾਗੂਤਾ, ਕਹਿੰਦੇ ਇੱਕ ਅਲੱਗ-ਅਲੱਗ ਤਰ੍ਹਾਂ ਦੇ ਚੋਲੇ ਪਾਉਂਦੇ ਨੇ, ਇੱਕ ਅਲੱਗ-ਅਲੱਗ ਤਰ੍ਹਾਂ ਦੇ ਨਾਟਕਾਂ ਦੇ ਸਾਂਗ ਵਗੈਰਾ ਕਰਦੇ ਨੇ, ਇੱਦਾਂ ਦੀ ਭਗਤੀ ਕਰਦੇ ਨੇ। ਇੱਕ ਕਹਿੰਦੇ ਜਿੱਦਾਂ ਜਾਗ ਕੇ ਮਤਲਬ ਭਗਤੀ ਕਰਦੇ ਨੇ, ਜਾਗਦੇ ਰਹਿੰਦੇ ਨੇ। ਇੱਕ ਤੀਰਥ ਨਾਤਾ, ਕਹਿੰਦੇ ਇੱਕ ਇੱਦਾਂ ਕਹਿੰਦੇ ਨੇ ਕਿ ਵੀ ਜੇ ਅਸੀਂ ਤੀਰਥਾਂ 'ਤੇ ਨਹਾਉਂਦੇ ਇਹੀ ਭਗਤੀ ਆ। ਨਿਰਹਾਰ ਵਰਤੀ ਆਪਰਸਾ, ਕਹਿੰਦੇ ਕਈ ਇੱਦਾਂ ਦੀ ਭਗਤੀ ਕਰਦੇ ਨੇ ਵੀ ਉਹ ਭੁੱਖੇ ਰਹਿੰਦੇ ਨੇ, ਵਰਤ ਰੱਖਦੇ ਨੇ ਕਹਿੰਦੇ, ਅਤੇ ਇਹ ਮਤਲਬ ਉਹਨਾਂ ਦੀ ਭਗਤੀ ਹੈਗੀ ਆ। ਅਤੇ ਸਾਨੂੰ ਕੋਈ ਛੂਹ ਨਾ ਲਵੇ, ਸਾਡੇ ਨੂੰ ਭਿੱਟ ਨਾ ਚੜ੍ਹ ਜੇ ਦੂਜਿਆਂ ਦੀ। ਇੱਕ ਲੂਕ ਨਾ ਦੇਵੈ ਦਰਸਾ, ਕਹਿੰਦੇ ਇੱਕ ਇੱਦਾਂ ਦੇ ਨੇ ਆਪਣੇ ਆਪ ਨੂੰ ਦੂਜਿਆਂ ਨੂੰ ਦਿਖਾਉਣਾ ਨਹੀਂ ਚਾਹੁੰਦੇ, ਫਿਰ ਗੁਫਾ ਵਿੱਚ ਕਹਿੰਦੇ ਲੁੱਕ ਕੇ ਰਹਿੰਦੇ ਨੇ। ਇੱਕ ਮਨ ਹੀ ਗਿਆਤਾ, ਕਹਿੰਦੇ ਇੱਕ ਮਤਲਬ ਆਪਣੇ ਮਨ ਨੂੰ ਸੋਚਦੇ ਨੇ ਕਿ ਵੀ ਅਸੀਂ ਆਪਣੇ ਮਨ ਦੇ ਵਿੱਚ ਉਸ ਪਰਮਾਤਮਾ ਦੇ ਬਾਰੇ ਸਾਨੂੰ ਮਤਲਬ ਗਿਆਨ ਹੋ ਗਿਆ, ਇੱਦਾਂ ਮਤਲਬ ਸੋਚਦੇ ਨੇ। ਘਾਟ ਨਾ ਕਿਨਹੀ ਕਹਾਇਆ, ਕਹਿੰਦੇ ਕੋਈ ਵੀ ਆਪਣੇ ਆਪ ਨੂੰ ਘੱਟ ਨਹੀਂ ਸਮਝਦਾ। ਹਰ ਕੋਈ ਕਹਿੰਦਾ ਕਿ ਵੀ ਮਤਲਬ ਜੋ ਕੁਛ ਮੈਂ ਕਰ ਰਿਹਾ ਪਰਮਾਤਮਾ ਨੂੰ ਪਾਉਣ ਲਈ ਮੈਂ ਠੀਕ ਕਰ ਰਿਹਾ। ਸਭ ਕਹਿਤੇ ਹੈ ਪਾਇਆ, ਕਹਿੰਦੇ ਸਾਰੇ ਹੀ ਕਹਿੰਦੇ ਨੇ ਵੀ ਮੈਂ ਪਰਮਾਤਮਾ ਨੂੰ ਪਾ ਲਿਆ, ਮੈਂ ਪਰਮਾਤਮਾ ਨੂੰ ਪਾ ਲਿਆ। ਜਿਸ ਮੇਲੇ ਸੋ ਭਗਤਾ, ਕਹਿੰਦੇ ਪਰ ਭਗਤ ਉਹੀ ਆ ਜਿਹਨੂੰ ਪਰਮਾਤਮਾ ਨੇ ਆਪਣੇ ਨਾਲ ਮੇਲ ਲਿਆ। ਸਗਲ ਉਕਤ ਉਪਾਵਾ, ਤਿਆਗੀ ਸਰਨ ਪਾਵਾ, ਨਾਨਕ ਗੁਰ ਚਰਨ ਪਰਾਤਾ। ਹਾਂਜੀ, ਨਾਨਕ ਜੀ ਕਹਿੰਦੇ ਨੇ ਕਿ ਇਹ ਜਿਹੜੀਆਂ ਆਪਾਂ ਸਾਰੀਆਂ ਉੱਪਰ ਧਾਰਮਿਕ ਕਰਮ ਦੱਸੇ ਨੇ, ਕਹਿੰਦੇ ਮੈਂ ਇਹ ਸਾਰੇ ਹੀ ਤਿਆਗ ਦਿੱਤੇ, ਸਾਰੇ ਹੀ ਤਿਆਗ ਕੇ ਪਰਮਾਤਮਾ ਦੀ ਸ਼ਰਨ ਪਿਆ, ਗੁਰੂ ਦੀ ਸ਼ਰਨ ਪਿਆ। ਕਹਿੰਦੇ ਇਸ ਤਰ੍ਹਾਂ ਹੀ ਮੈਂ ਪਰਮਾਤਮਾ ਦੇ ਨਾਲ ਪਿਆਰ ਪਾਇਆ। ਹਾਂਜੀ ਸੰਗਤ ਜੀ, ਇੰਨੀ ਸੇਵਾ ਪ੍ਰਵਾਨ ਕਰਨੀ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਅਨੇਕਾਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਮੇਰੀ ਝੋਲੀ ਪਾਉਣੀਆਂ ਜੀ। ਸੱਚੇ ਪਾਤਸ਼ਾਹ ਜੀ, ਪਰਮੇਸ਼ਰ ਜੀ ਆਪ ਦੀ ਧੁਰਕੀ ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਇਸ ਅਣਜਾਣ ਬੱਚੀ ਦੀਆਂ ਬਖਸ਼ ਦਿਓ ਜੀ, ਅੱਗੇ ਤੋਂ ਸਮੱਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।